ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮੀ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਕੇਂਦਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰਹੀ ਬੇਸਿੱਟਾ। ਉਗਰਾਹਾਂ ਨੇ ਰੇਲ ਪਟੜੀਆਂ ਛੱਡਣ ਦਾ ਦੱਸਿਆ ਸੱਚ। ਭਾਜਪਾ ਲੀਡਰ ਦੇ ਘਰ ਦਾ ਕੀਤਾ ਘਰਾਓ, ਘਰ ਬਾਹਰ ਕੱਢਿਆ ਪੱਕਾ ਮੋਰਚਾ। ਬਾਬਲ ਕਲਾਂ ਗੋਲੀकांड ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਵੇਂ ਸ਼ਹੀਦੀ ਸਮਾਗਮ ਦਾ ਕੀਤਾ ਗਿਆ ਆਯੋਜਨ। ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦਾ ਭਾਜਪਾ ਦੇ ਧਰਨੇ 'ਚ ਜ਼ਬਰਦਸਤ ਹੰਗਾਮਾ। ਭਾਜਪਾ ਦੇ ਆਗੂ ਨੇ ਲੜਕੀ ਨੂੰ ਅਗਵਾ ਕਰ ਕੀਤਾ ਸੀ ਬਲਾਤਕਾਰ। ਦਰਦਨਾਕ ਪਤੀ ਦੀ ਕਟਿਆ ਕਰਤੂਤ, ਪਤਨੀ ਨੂੰ ਜਾਨਵਰਾਂ ਵਾਂਗ ਕੀਤਾ ਟੌਰਚਰ, ਮਹਿਲਾ ਨੇ ਦੱਸੀ ਹੱਡਬੀਤੀ। ਹੁਣ ਖਬਰਾਂ ਵਿਸਥਾਰ ਨਾਲ। ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਸੀ, ਜੋ ਕਿਸਾਨਾਂ ਨੇ ਮਨਜ਼ੂਰ ਕਰ ਲਿਆ ਸੀ। ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਹੋਰ ਵਧੇਰੇ ਜਾਣਕਾਰੀ ਲਈ ਰੁਕ ਕਰਦੇ ਹਾਂ ਸਟੂਡੀਓ ਵੱਲ। ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਤੋਂ, ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀਗੀ। ਕੇਂਦਰ ਦੇ ਨਾਲ ਖੇਤੀ ਬਿੱਲਾਂ ਨੂੰ ਲੈ ਕੇ 3 ਆਰਡੀਨੈਂਸ ਜਿਹੜੇ ਲੈ ਕੇ ਆਈ ਸੀ ਸਰਕਾਰ, ਉਸ ਤੋਂ ਬਾਅਦ ਉਹਨਾਂ ਨੇ ਬਿੱਲ ਦੀ ਸ਼ਕਲ ਲਈ, ਜਿਸ ਤੋਂ ਬਾਅਦ ਰਾਸ਼ਟਰਪਤੀ ਦੇ ਸਿਗਨੇਚਰ ਹੋਏ ਤੇ ਹੁਣ ਕਾਨੂੰਨ ਬਣ ਚੁੱਕੇ ਨੇ, ਜਿਸ ਤੋਂ ਬਾਅਦ ਵਿਰੋਧ ਜਿਹੜਾ ਉਹ ਵੱਡੇ ਪੱਧਰ ਤੇ ਸ਼ੁਰੂ ਹੋਇਆ। ਹਾਲਾਂਕਿ ਵਿਰੋਧ ਪਹਿਲਾਂ ਹੀ ਹੋ ਰਿਹਾ ਸੀ, ਪਰ ਕਾਨੂੰਨ ਦੀ ਸ਼ਕਲ ਲੈਣ ਤੋਂ ਬਾਅਦ ਇਹ ਵਿਰੋਧ ਜਿਹੜਾ ਹੈ ਉਹ ਜ਼ਮੀਨੀ ਹਕੀਕਤ ਦੇ ਵਿੱਚ ਤਬਦੀਲ ਹੋ ਗਿਆ ਤੇ ਇਸ ਸਮੇਂ ਜਿਹੜਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਰੇਲਾਂ ਜਿਹੜੀਆਂ ਉਹ ਪੂਰੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਹੀਂ ਆ ਪਾ ਰਹੀਆਂ। ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਬਹੁਤ ਵੱਡੇ ਲੈਵਲ ਤੇ ਕੀਤਾ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਦਾ ਸੱਦਾ ਕੇਂਦਰ ਨੇ ਦਿੱਤਾ ਸੀਗਾ, ਪਰ ਉਹ ਸੱਦੇ ਨੂੰ ਕਬੂਲ ਨਹੀਂ ਕੀਤਾ ਗਿਆ ਸੀ। ਜਦ ਪਹਿਲੀ ਵਾਰ ਇਹ ਸੱਦਾ ਆਇਆ, ਜਦ ਹੁਣ ਦੂਜੀ ਵਾਰ ਸੱਦਾ ਆਇਆ ਤਾਂ 29 ਕਿਸਾਨ ਜਥੇਬੰਦੀਆਂ ਦੀ ਸਹਿਮਤੀ ਤੋਂ ਬਾਅਦ ਇਹ ਕਿਹਾ ਗਿਆ ਕਿ ਹੁਣ ਕਿਸਾਨ ਮੀਟਿੰਗ ਕਰਨਗੇ ਕੇਂਦਰ ਨਾਲ, ਤੇ ਕੇਂਦਰ ਨਾਲ ਮੀਟਿੰਗ ਕਰਨ ਲਈ ਕਿਸਾਨ ਰਾਜੀ ਹੋ ਗਏ। ਮੀਟਿੰਗ ਵਿੱਚ ਜਦੋਂ ਕਿਸਾਨ ਪਹੁੰਚੇ, ਉਹਨਾਂ ਨੇ ਆਪਣੀਆਂ ਜਿਹੜੇ ਕੁਝ ਪੁਆਇੰਟ ਸੀ ਉਹ ਕੇਂਦਰ ਦੀ ਸਰਕਾਰ ਮੂਹਰੇ ਰੱਖੇ। ਹਾਲਾਂਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ 7 ਮੈਂਬਰੀ ਕਮੇਟੀ ਦਾ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਗਠਨ ਕੀਤਾ ਸੀ। ਉਹ 7 ਮੈਂਬਰੀ ਕਮੇਟੀ ਜਿਹੜੀ ਹੈ ਉਹ ਕੇਂਦਰ ਦੇ ਨਾਲ ਮੀਟਿੰਗ ਕਰਨ ਪਹੁੰਚੀ। ਹਾਲਾਂਕਿ 29 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਉੱਥੇ ਪਹੁੰਚੀਆਂ ਸੀਗੀਆਂ, ਪਰ ਮੀਟਿੰਗ ਦੇ ਵਿੱਚ 7 ਮੈਂਬਰੀ ਕਮੇਟੀ ਜਿਹੜੀ ਹੈ ਉਸਨੇ ਹਿੱਸਾ ਲਿਆ ਸੀਗਾ ਤੇ 7 ਮੈਂਬਰੀ ਕਮੇਟੀ ਨੇ ਕਿਹਾ ਕਿ ਇਹ ਮੀਟਿੰਗ ਬਿਲਕੁਲ ਬੇਸਿੱਟਾ ਸਾਬਿਤ ਹੋਈ, ਕੋਈ ਇਸ ਦਾ ਸਿੱਟਾ ਨਹੀਂ ਨਿਕਲਿਆ, ਕੋਈ ਮਤਲਬ ਨਹੀਂ। ਉਹਨਾਂ ਕਿਹਾ ਕਿ ਸਿਰਫ ਕੇਂਦਰ ਗੁੰਮਰਾਹ ਕਰਨ ਲਈ ਕੇਂਦਰ ਨੇ ਸਿਰਫ ਇੱਕ ਫਾਰਮੈਲਿਟੀ ਪੂਰੀ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਵਿਰੋਧ ਕਰਦੇ ਹੋਏ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਦੇ ਜਿਹੜੇ 7 ਮੈਂਬਰੀ ਕਮੇਟੀ ਸੀ ਉਹ ਬਾਹਰ ਆ ਗਏ, ਜਿਸ ਤੋਂ ਬਾਅਦ 29 ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਇਸ ਮੀਟਿੰਗ ਦੇ ਵਿੱਚ ਹਿੱਸਾ ਜ਼ਰੂਰ ਨਹੀਂ ਲੈ ਰਹੀਆਂ ਸੀ, ਪਰ ਉਹਨਾਂ ਦੇ ਨਾਲ 7 ਮੈਂਬਰੀ ਕਮੇਟੀ ਦੇ ਨਾਲ ਉੱਥੇ ਮੌਜੂਦ ਸਨ, ਉਹਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪਰ ਇੱਕ ਵੱਡੀ ਖਬਰ ਇਹ ਹੈ ਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਦਰਸ਼ਨ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣਗੇ। ਤੁਹਾਨੂੰ ਦੱਸ ਦਿੰਦੇ ਆ ਕਿ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਪੱਤਰ ਆਇਆ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਮੀਟਿੰਗ ਲਈ ਰਾਜ਼ੀ ਹੋਈਆਂ ਸੀ। ਭਲਕੇ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਇੱਕ ਵੱਡੇ ਪੱਧਰ ਤੇ ਸੰਘਰਸ਼ ਉਲੀਕਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਤਿਆਰ ਕੀਤਾ ਜਾਵੇਗਾ ਤੇ ਪੰਜਾਬ ਪੱਧਰ ਤੇ ਹੀ ਨਹੀਂ, ਇਸ ਸੰਘਰਸ਼ ਨੂੰ ਹੁਣ ਦੇਸ਼ ਪੱਧਰ ਤੇ ਦੇਖਿਆ ਜਾ ਰਿਹਾ ਹੈ। ਵੱਡੀ ਖਬਰ ਇਹ ਹੈ, ਸ਼ਾਰਟਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਜਿਹੜੇ ਉਹ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ, ਕਿਸਾਨ ਜਥੇਬੰਦੀਆਂ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਵਿਰੋਧ ਜਤਾ ਰਹੀਆਂ ਨੇ ਤੇ ਹੁਣ ਇਸ ਦਾ ਅਸਰ ਪਹਿਲਾਂ ਹੀ ਪੰਜਾਬ ਜਿਹੜਾ ਹੈ ਉਹਦੇ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਸੀਗੇ, ਰੇਲਾਂ ਰੋਕੀਆਂ ਗਈਆਂ ਸੀ, ਕਾਰਪੋਰੇਟ ਘਰਾਣਿਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਇਸ ਪ੍ਰਦਰਸ਼ਨ ਦੇ ਵਿੱਚ ਕੇਂਦਰ ਦੀ ਜਿਹੜੀ ਮੀਟਿੰਗ ਹੈ ਉਹ ਅੱਗ ਦੇ ਵਿੱਚ ਘਿਓ ਵਾਲਾ ਕੰਮ ਕਰੇਗੀ ਤੇ ਹੁਣ ਇਹ ਭਾਂਬੜ ਜਿਹੜੀ ਹੈ ਪੰਜਾਬ ਦੀ ਉਹ ਇੱਕ ਵੱਡਾ ਅੰਦੋਲਨ ਜਿਹੜਾ ਉਹ ਖੜਾ ਕਰ ਸਕਦੀ ਹੈ ਤੇ ਹੋ ਸਕਦਾ ਹੈ ਕਿ ਇਹ ਅੰਦੋਲਨ ਜਿਹੜਾ ਹੈ ਉਹ ਦੇਸ਼ ਵਿਆਪੀ ਬਣ ਜਾਵੇ ਤੇ ਕੇਂਦਰ ਸਰਕਾਰ ਨੂੰ ਇਸ ਅੰਦੋਲਨ ਦੇ ਨਾਲ ਵੱਡਾ ਨੁਕਸਾਨ ਹੋਣ ਵਾਲਾ ਹੈ, ਕਿਉਂਕਿ
ਕਈ ਤਰੀਕੇ ਦੇ ਤਰਕ ਜਿਹੜੇ ਉਹ ਲਗਾਤਾਰ ਦਿੱਤੇ ਜਾ ਰਹੇ ਸੀ। ਹਾਲਾਂਕਿ ਪੰਜਾਬ ਸਰਕਾਰ ਵੀ ਮੀਟਿੰਗਾਂ ਕਰ ਰਹੀ ਸੀ, ਉਹਨਾਂ ਨੇ ਵੀ ਇੱਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀਗਾ ਕਿ ਰੇਲ ਰੋਕੋ ਜਿਹੜਾ ਅੰਦੋਲਨ ਕਿਸਾਨਾਂ ਦਾ ਉਹ ਬਹੁਤ ਵੱਡੇ ਪੱਧਰ ਤੇ ਰੰਗ ਲੈ ਕੇ ਆਇਆ। ਫੌਜ ਦਾ ਸਮਾਨ ਮੁੱਕਦਾ ਜਾ ਰਿਹਾ ਹੈ, ਕੋਇਲੇ ਨੂੰ ਲੈ ਕੇ ਸਮੱਸਿਆ ਜਿਹੜੀ ਹੈ ਉਹ ਇਸ ਤਰੀਕੇ ਦੇ ਕਈ ਤਰਕ ਦਿੱਤੇ ਜਾ ਰਹੇ ਸੀ। ਕਿਸਾਨਾਂ ਦੀ ਬਿਜਾਈ ਜਿਹੜੀ ਹੋਣੀ ਆ, ਬਿਜਾਈ ਨੂੰ ਲੈ ਕੇ ਵੀ ਤਰਕ ਦਿੱਤੇ ਜਾ ਰਹੇ ਸੀ ਕਿ ਜੇਕਰ ਰੇਲਾਂ ਰੁਕੀਆਂ ਰਹਿਣਗੀਆਂ, ਮਾਲ ਗੱਡੀਆਂ ਵੀ ਨਹੀਂ ਜਾਣਗੀਆਂ ਤਾਂ ਮੁਸੀਬਤ ਖੜੀ ਹੋ ਸਕਦੀ ਹੈ। ਪੰਜਾਬ ਦੇ ਵਿੱਚ ਬਿਜਲੀ ਗੁੱਲ ਹੋਣ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਖਬਰਾਂ ਸਾਹਮਣੇ ਆਈਆਂ, ਪਰ ਕਿਸਾਨ ਕਿਸੇ ਹੱਲ ਤੇ ਵੀ ਆਉਣ ਨੂੰ ਤਿਆਰ ਨਹੀਂ। ਹੁਣ ਉਹ ਕਿਸੇ ਵੀ ਤਰੀਕੇ ਨਾਲ ਇਹ ਸੰਘਰਸ਼ ਆਪਣਾ ਵਾਪਸ ਨਹੀਂ ਲੈਣਗੇ, ਕਿਉਂਕਿ ਵੈਸੇ ਹੀ ਉਹਨਾਂ ਨੇ ਜਿਹੜਾ ਸੰਘਰਸ਼ ਹੈ ਉਹਨੂੰ ਐਕਸਟੈਂਡ ਕਰਕੇ ਰੇਲ ਰੋਕੋ ਅੰਦੋਲਨ ਜਿਹੜਾ ਪਹਿਲਾਂ 15 ਤਰੀਕ ਤੱਕ ਸੀ ਉਸ ਨੂੰ 17 ਤਰੀਕ ਤੱਕ ਕਰ ਦਿੱਤਾ। ਹਾਲਾਂਕਿ ਭਲਕੇ ਇੱਕ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ। ਹਾਲਾਂਕਿ ਲੱਖੋਵਾਲ ਤੇ ਉਗਰਾਹਾਂ ਥੋੜਾ ਜਿਹਾ ਡਾਈਵਰਟ ਹੋ ਕੇ ਚੱਲ ਰਹੇ ਸੀਗੇ, ਪਰ ਹੋ ਸਕਦਾ ਹੈ ਕਿ ਇਸ ਕੇਂਦਰ ਦੇ ਇਸ ਰਵੱਈਏ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਵੀ ਨਾਲ ਆ ਕੇ ਰਲ ਜਾਣ ਤੇ ਸੰਘਰਸ਼ ਨੂੰ, ਕਿਉਂਕਿ ਲਗਾਤਾਰ ਪੰਜਾਬੀ ਗਾਇਕ, ਲਗਾਤਾਰ ਨੌਜਵਾਨ ਪੀੜ੍ਹੀ, ਮਹਿਲਾਵਾਂ, ਬੱਚੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਨੇ। ਸੋ ਇਹ ਕਿਹਾ ਜਾ ਸਕਦਾ ਹੈ ਕਿ ਇਹ ਸੰਘਰਸ਼ ਵੱਡੇ ਪੱਧਰ ਤੇ, ਖਾਸ ਤੌਰ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਤੋਂ ਉੱਠਿਆ ਇਹ ਸੰਘਰਸ਼ ਹੁਣ ਪੂਰੇ ਦੇਸ਼ ਦੇ ਵਿੱਚ ਇੱਕ ਵੱਡੇ ਅੰਦੋਲਨ ਦੀ ਸ਼ਕਲ ਲੈ ਸਕਦਾ ਹੈ। ਤੇ ਖੇਤੀ ਬਿੱਲ ਜਿਹੜੇ ਨੇ ਉਹ ਕੇਂਦਰ ਸਰਕਾਰ ਲਈ ਇੱਕ ਵੱਡੀ ਮੁਸੀਬਤ ਬਣ ਸਕਦੇ ਨੇ। ਹੋ ਸਕਦਾ ਹੈ ਕਿ ਸਰਕਾਰ ਵੀ ਇਸ ਤੋਂ ਬਾਅਦ ਸੋਚਣ ਲਈ ਮਜਬੂਰ ਹੋਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਰਵੱਈਆ ਰਿਹਾ, ਕਿਸਾਨ ਜਥੇਬੰਦੀਆਂ ਦਾ ਜਦੋਂ ਉਹ ਮੀਟਿੰਗ ਕਰਨ ਤੋਂ ਬਾਅਦ ਬਾਹਰ ਨਿਕਲੇ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਹਾਵ ਭਾਵ ਸੀਗੇ, ਉਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਕੇਂਦਰ ਸਰਕਾਰ ਕਿਸੇ ਵੀ ਤਰੀਕੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੀ, ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਉਹਨਾਂ ਵੱਲੋਂ ਸੰਘਰਸ਼ ਜਿਹੜਾ ਉਹ ਪਹਿਲਾਂ ਨਾਲੋਂ ਵੀ ਹੋਰ ਤਿੱਖਾ ਕੀਤਾ ਜਾਵੇਗਾ। ਉਧਰ ਬਰਨਾਲਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਕੇ ਘਰ ਅੱਗੇ ਪੱਕਾ ਟੈਂਟ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਉਗਰਾਹਾਂ ਬਾਕੀ ਜਥੇਬੰਦੀਆਂ ਤੋਂ ਅਲੱਗ ਹੀ ਲੀਹ ਤੇ ਚੱਲ ਰਿਹਾ ਹੈ। ਜਿਹੜੇ ਸਾਡੇ ਰੇਲ ਜਾਮ ਸੀ ਅਸੀਂ ਉਹਨਾਂ ਨੂੰ ਬਦਲ ਕੇ ਭਾਜਪਾ ਵਾਲਿਆਂ ਦੇ ਘਰਾਂ ਦੇ ਮੂਹਰੇ ਘਿਰਾਓ ਦੇ ਵਿੱਚ ਬਦਲਦੇ। ਖੇਤੀ ਬਿੱਲਾਂ ਦੇ ਵਿਰੋਧ 'ਚ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਨੇ, ਜਿਸ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੇਸ਼ੱਕ ਬਾਕੀ ਜਥੇਬੰਦੀਆਂ ਤੋਂ ਅਲੱਗ ਹੋ ਗਈ ਹੈ, ਪਰ ਹੁਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਅੱਜ ਉਗਰਾਹਾਂ ਵੱਲੋਂ ਬਰਨਾਲਾ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਕੇ ਧਰਨਾ ਲਗਾ ਦਿੱਤਾ ਗਿਆ। ਕਿਸਾਨਾਂ ਵੱਲੋਂ ਭਾਜਪਾ ਆਗੂ ਦੇ ਘਰ ਅੱਗੇ ਪੱਕਾ ਟੈਂਟ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕੀ ਤਰਕ ਦਿੱਤਾ, ਰੇਲਾਂ ਛੱਡ ਕੇ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ, ਤੁਸੀਂ ਖੁਦ ਹੀ ਸੁਣ ਲਵੋ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਲੜ ਰਹੀਆਂ ਨੇ 30 ਉਹਨਾਂ ਨਾਲ ਤਾਲਮੇਲ ਮੇ ਸਾਡੇ ਐਕਸ਼ਨ ਚੱਲ ਰਹੇ ਨੇ, ਚਾਹੇ ਉਹ ਮੌਲਾਂ ਤੇ ਹੋਣ, ਚਾਹੇ ਟੋਲ ਪਲਾਜ਼ਿਆਂ ਤੇ ਹੋਣ, ਚਾਹੇ ਪੈਟਰੋਲ ਪੰਪਾਂ ਤੇ ਹੋਣ। ਜਿਹੜੇ ਸਾਡੇ ਰੇਲ ਜਾਮ ਸੀ ਅਸੀਂ ਉਹਨਾਂ ਨੂੰ ਬਦਲ ਕੇ ਭਾਜਪਾ ਵਾਲਿਆਂ ਦੇ ਘਰਾਂ ਦੇ ਮੂਹਰੇ ਘਿਰਾਓ ਦੇ ਵਿੱਚ ਬਦਲਦੇ। ਅੱਜ ਸਾਡੇ ਜਿਹੜੇ ਮੋਰਚੇ ਨੇ ਪੰਜਾਬ ਦੇ ਵਿੱਚ 7 ਮੋਰਚੇ ਨਵੇਂ ਸ਼ੁਰੂ ਹੋ ਗਏ, ਹੋਰ ਅਗਲੇ ਦਿਨਾਂ ਦੇ ਵਿੱਚ ਕੱਲ ਤੋਂ ਸਾਡੇ 15 ਮੋਰਚੇ ਨਵੇਂ ਹੋਰ ਸ਼ੁਰੂ ਹੋ ਜਾਣੇ ਆ। ਇਹ ਕਿਉਂ ਮੋਰਚੇ ਲਾਏ ਨੇ? ਕਿਉਂਕਿ ਜਿਵੇਂ ਅਕਾਲੀ ਦਲ ਕਹਿੰਦਾ ਸੀ ਵੀ ਇਹ ਆਰਡੀਨੈਂਸ ਬਹੁਤ ਚੰਗੇ ਆ, ਜਦੋਂ ਉਹਦੇ ਬਾਹਰ ਘੇਰ ਲਏ ਉਹੀ ਅਕਾਲੀ ਦਲ ਲੋਕਾਂ ਨੂੰ ਦਿਖਦਾ ਪਿੱਛੇ ਦਿਖਾਈ ਦੇਣ ਲੱਗ ਗਿਆ। ਉਹ ਕਹਿਣ ਲੱਗ ਗਿਆ ਵੀ ਆਰਡੀਨੈਂਸ ਬਹੁਤ ਮਾੜੇ ਆ। ਇਸ ਕਰਕੇ ਅਸੀਂ ਭਾਜਪਾ ਦੇ ਜਿਹੜੇ ਆਗੂ ਹੈ ਉਹਨਾਂ ਦੇ ਮੂੰਹ 'ਚੋਂ ਇਹ ਕਹਾ ਦਿਆਂਗੇ ਵੀ ਇਹ ਆਰਡੀਨੈਂਸ ਮਾੜੇ ਆ, ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਭਾਜਪਾ ਕਹਿੰਦੀ ਅਸੀਂ ਪਿੰਡ ਪਿੰਡ ਜਾ ਕੇ ਇਹ ਸਮਝਾਉਣਗੇ ਕਿ ਅਸੀਂ ਤਾਂ ਇਹਨਾਂ ਦੇ 12 ਦੇ ਵਿੱਚ ਹੋਰ ਅੱਗੇ ਵਧਣ ਜਾ ਰਹੇ ਹਾਂ। ਜਿਹਨਾਂ ਦੇ ਹੋਰ ਵੀ ਕੋਈ ਪੰਜਾਬ ਦੇ ਵਿੱਚ ਕੋਈ ਮੀਤ ਪ੍ਰਧਾਨ ਹੈ ਸੂਬੇ ਦਾ ਜਾਂ ਕੋਈ ਹੋਰ ਅਹੁਦੇਦਾਰ ਹੈ, ਜਿਵੇਂ ਜਿਵੇਂ ਸਾਡੇ ਇਕੱਠ ਵਧਣਗੇ ਅਸੀਂ ਉਹਨਾਂ ਦੇ ਘਰਾਂ ਮੂਹਰੇ ਵੀ ਘਿਰਾਓ ਕਰਾਂਗੇ। ਜਿਹੜੀ ਮੀਟਿੰਗ ਚੱਲ ਰਹੀ ਹੈ ਸਾਨੂੰ ਪਤਾ ਵੀ ਉਹ ਮੀਟਿੰਗ 'ਚੋਂ ਕੁਛ ਨਹੀਂ ਨਿਕਲਣਾ। ਅਸੀਂ ਸੰਘਰਸ਼ ਆਪਦੇ ਹੋਰ ਤੇਜ਼ ਕਰਨੇ ਆ। ਆਰਡੀਨੈਂਸ ਰੱਦ ਕਰਾਉਣ ਖਾਤਰ ਅਸੀਂ ਲਗਾਤਾਰ ਲੜ ਰਹੇ ਹਾਂ ਤੇ ਪਿੱਛੇ ਨਹੀਂ ਹਟਾਂਗੇ, ਅੱਗੇ ਨੂੰ ਵਧਾਂਗੇ। ਜਿਹੜਾ ਕਰੋ ਕਿੰਨੇ ਤੱਕ ਇਹ ਅਣਮਿੱਥੇ ਸਮੇਂ ਲਈ ਘਿਰਾਓ ਸਾਡੇ ਜਾਰੀ ਰਹਿਣਗੇ। ਸਾਡੇ ਕੱਲ ਤੋਂ 65 ਸਮਾਂ ਦੇ
15 ਮੋਰਚੇ ਲੱਗ ਜਾਣੇ ਆ ਪੱਕੇ ਤੌਰ ਤੇ, ਜਿਹੜੇ ਪਹਿਲਾਂ ਵੀ ਚੱਲ ਰਹੇ ਆ, ਤੇ 15 ਮੋਰਚਿਆਂ 'ਚ ਹੋਰ ਵਾਧਾ ਹੋ ਜਾਣਾ। ਇਹ ਲਗਾਤਾਰ ਇੱਥੇ ਵੀ ਤੇ ਹੋਰ ਪੰਜਾਬ ਦੇ ਵਿੱਚ ਵੀ ਲਗਾਤਾਰ ਚੱਲਣਗੇ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਭਾਜਪਾ ਆਗੂ ਖੇਤੀ ਬਿੱਲਾਂ ਦਾ ਵਿਰੋਧ ਨਹੀਂ ਕਰਨ ਲੱਗਦੇ, ਇਹਨਾਂ ਦੇ ਘਰਾਂ ਦਾ ਘਿਰਾਓ ਜਾਰੀ ਰਹੇਗਾ। ਖੇਤੀ ਬਿੱਲਾਂ ਨੂੰ ਰੱਦ ਕਰਾਉਣ ਤੱਕ ਕਿਸਾਨ ਯੂਨੀਅਨ ਦਾ ਸੰਘਰਸ਼ ਜਾਰੀ ਹੈ। ਅਸੀਂ ਅੱਜ ਜਿਹੜੇ ਭਾਜਪਾ ਦੇ ਆਗੂ ਨੇ ਜ਼ਿਲ੍ਹਾ ਪ੍ਰਧਾਨ ਹੈ ਜਸਵਿੰਦਰ ਸੈਂਟੀ, ਉਹਦੇ ਬਾਰ ਮੂਹਰੇ ਆਇਆ ਜੀ, ਜ਼ਿਲ੍ਹਾ ਪ੍ਰਧਾਨ ਹੈ ਬਰਨਾਲੇ ਦਾ। ਇਹ ਪੰਜਾਬ ਦੇ ਬੰਦੇ ਨੇ, ਪੰਜਾਬ ਦੇ ਨਾਲ ਇਹਨਾਂ ਦਾ ਖੜਨਾ ਬਣਦਾ। ਜਿਹੜੇ ਆਰਡੀਨੈਂਸ ਮੋਦੀ ਵੱਲੋਂ ਘਾਣ ਕਰਨ ਆਇਆ ਕਿਸਾਨੀ ਦਾ, ਮਜ਼ਦੂਰਾਂ ਦਾ, ਉਹ ਅਸੀਂ ਕਹਿੰਦੇ ਆ ਵੀ ਮੋਦੀ ਨੂੰ ਸਮਝਾਓ। ਜਿਵੇਂ ਅਕਾਲੀ ਦਲ ਦੀ ਪਹਿਲਾਂ ਬੋਲੀ ਬਦਲੀ ਹੈ, ਉਹ ਕਹਿੰਦੇ ਸੀ ਪਹਿਲਾਂ ਵੀ ਤੁਹਾਡੇ ਪੱਖ 'ਚ ਨੇ, ਉਹਨਾਂ ਦੇ ਗਦਰਾਂ 'ਚ ਬਹਿ ਕੇ ਉਹਨਾਂ ਨੂੰ ਪੰਜਾਬ ਦੇ ਨਾਲ ਖੜਨ ਲਈ ਮਜਬੂਰ ਕੀਤਾ ਹੈ। ਅੱਜ ਅਸੀਂ ਉਹਨਾਂ ਨੂੰ ਮਜਬੂਰ ਕਰਨਾ ਹੈ ਵੀ ਤੁਸੀਂ ਪੰਜਾਬ ਦੇ ਬੰਦੇ ਹੋ, ਪੰਜਾਬ ਦੇ ਨਾਲ ਖੜੋ। ਜਿਹੜੇ ਆਰਡੀਨੈਂਸ ਘਾਣ ਕਰਨ ਵਾਲੇ ਨੇ, ਉਹ ਮੋਦੀ ਨੂੰ ਤੁਸੀਂ ਕਹੋ ਵੀ ਇਹ ਗਲਤ ਹੈ। ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ ਜੀ, ਲਗਾਤਾਰ ਇਹਨਾਂ ਦੇ ਗੇਟ ਦੇ ਵਿੱਚ ਬੈਠਾਂਗੇ। ਕਿੰਨਾ ਕੁ ਟਾਈਮ ਚੱਲੂ ਧਰਨਾ? ਧਰਨਾ ਅਣਮਿੱਥੇ ਸਮੇਂ ਤੱਕ ਹੈ। ਇੱਥੇ ਅਸੀਂ ਦੁਸ਼ਹਿਰੇ ਵਾਲੇ ਦਿਨ 25 ਤਰੀਕ ਨੂੰ ਮੋਦੀ ਦਾ ਬੁੱਤ ਬਣਾ ਕੇ ਵੀ ਫੂਕ ਰਹੇ ਹਾਂ, ਅੱਜ ਦੇ ਰਾਵਣ ਦਾ। ਅਸੀਂ ਦੀਵਾਲੀਆਂ ਦੁਸ਼ਹਿਰਾ ਸਾਡਾ ਇੱਥੇ ਲੰਘਣਾ ਹੈ। ਅਸੀਂ ਸਮੇਤ ਪਰਿਵਾਰਾਂ ਦੇ ਬੱਚਾ ਸਾਡਾ ਝੋਕਿਆ ਪਿਆ ਲੜਾਈ ਦੇ ਵਿੱਚ। ਜੇ ਇਹ ਲੜਾਈ ਸਾਡੇ ਤੇ ਭਾਰੂ ਪੈਂਦੀ ਹੈ ਤਾਂ ਸਾਡੀਆਂ ਖੁਦਕੁਸ਼ੀਆਂ ਨੇ ਹੋਰ ਵਧਣਾ ਹੈ, ਸਾਡੇ ਕਰਜ਼ੇ ਨੇ ਹੋਰ ਵਧਣਾ ਹੈ। ਅਸੀਂ ਇਹ ਕਰਕੇ ਸਰਕਾਰ ਨੂੰ ਮਜਬੂਰ ਕਰ ਦਾਂਗੇ ਮੋਦੀ ਨੂੰ ਆਰਡੀਨੈਂਸ ਵਾਪਸ ਲੈਣ ਲਈ। ਅਸੀਂ ਤਾਂ ਇਹਨਾਂ ਦੇ ਦਰਾਂ ਮੂਹਰੇ ਆਇਆ। ਅਸੀਂ ਰੇਲਾਂ ਤੇ ਬੈਠ ਰਹੇ ਹਾਂ। ਪਹਿਲਾਂ ਅਸੀਂ ਲਗਾਤਾਰ ਟੋਲ ਪਲਾਜ਼ਾ ਤੇ ਹੈ, ਉਹ ਸਾਡੇ ਮੋਰਚੇ ਵਿੱਚ ਜਿਵੇਂ ਚੱਲ ਰਹੇ ਨੇ, ਕੱਲਾ ਰੇਲ ਵਾਲਾ। ਅਸੀਂ ਕਿਸਾਨੀ ਸਮੱਸਿਆ ਨੂੰ ਧਿਆਨ 'ਚ ਰੱਖ ਕੇ ਉਹਦਾ ਅਸੀਂ ਪੈਂਤਰਾ ਬਦਲਿਆ। ਉਹ ਅਸੀਂ ਭਾਜਪਾ ਦੇ 11 ਦੇ ਪੂਰੇ ਪੰਜਾਬ ਦੇ ਵਿੱਚ 11 ਆਗੂਆਂ ਦੇ ਅੱਜ 12 'ਚ ਆਏ ਹਾਂ। ਬਾਬਲ ਕਲਾਂ ਵਿਖੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ 2 ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਬਾਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਚੈੱਕ ਵੀ ਦਿੱਤਾ ਸੀ ਕਿ ਗਵਾਹੀ ਮੁੱਕਰ ਜਾ, ਪਰ ਇਹ ਗੁਰਮਤਿ ਪਿਆਰਾ ਕਹਿੰਦਾ ਮੇਰੇ ਵਾਸਤੇ ਗੁਰੂ ਗ੍ਰੰਥ ਸਾਹਿਬ ਕੋਈ ਲੰਬੇ ਨੇ ਦੇਖੋ, ਬਰਗਾੜੀ ਦੇ ਵਿੱਚ ਡੇਰਾ ਸਰਸਾ ਦੇ ਪੈਰੋਕਾਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਬੇਅਦਬੀ ਕੀਤੀ। ਜਦੋਂ ਇਨਸਾਫ ਮੰਗਦੇ ਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ ਤਾਂ ਬਾਦਲ ਸਰਕਾਰ ਦੀ ਬਾਦਲ ਪੁਲਿਸ ਦੇ ਵੱਲੋਂ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। 2 ਸਿੰਘ ਸ਼ਹੀਦ ਕਰਤੇ, ਨੇਕਾਂ ਜ਼ਖਮੀ ਕਰਤੇ। ਉਹਨਾਂ ਸਿੰਘਾਂ ਦਾ ਅੱਜ 5ਵਾਂ ਸ਼ਹੀਦੀ ਦਿਹਾੜਾ, ਜਿਸ ਦੇ ਸਬੰਧ ਵਿੱਚ ਸਿੱਖ ਜਥੇਬੰਦੀਆਂ ਸ਼ਹੀਦਾਂ ਦੇ ਪਰਿਵਾਰ ਗੁਰਦੁਆਰਾ ਟਿੱਬੀ ਸਾਹਿਬ ਬਾਬਲ ਕਲਾਂ ਵਿਖੇ ਅਸੀਂ ਇਕੱਤਰ ਹੋਏ ਹਾਂ। ਬਾਦਲ ਸਰਕਾਰ ਨੇ ਬਿਲਕੁਲ ਕੋਈ ਇਨਸਾਫ ਨਹੀਂ ਕੀਤਾ। ਕੈਪਟਨ ਸਰਕਾਰ ਵੇਲੇ ਕੁਝ ਅੱਧ ਅਧੂਰਾ ਇਨਸਾਫ ਹੋਇਆ ਕਿ ਜਿਹੜੇ ਅਣਪਛਾਤੀ ਪੁਲਿਸ ਸੀ ਉਹ ਪਛਾਣੀ ਗਈ। ਉਸ ਵੇਲੇ ਦਾ ਜਿਹੜਾ SHO ਸੀ, DSP, SP, SSP ਔਰ IG ਤੇ ਸਾਬਕਾ DGP ਤੱਕ ਜਿਹੜੇ ਉਹਦੇ 'ਚ ਨਾਮਜ਼ਦ ਕੀਤੇ ਗਏ ਆ। ਔਰ ਜਿਹੜੇ ਹੁਣ ਇਸ ਤੋਂ ਅੱਗੇ DGP ਤੋਂ ਅੱਗੇ ਕਿ DGP ਨੂੰ ਹੁਕਮ ਕਿਸ ਦਾ ਸੀਗਾ, ਉਹ ਦੋਸ਼ੀ ਵੀ ਜਿਹੜੇ ਆ ਉਹ ਜਾਂਚ ਦੇ ਘੇਰੇ 'ਚ ਆਉਣੇ ਚਾਹੀਦੇ। ਔਰ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦੀ ਬਕਾਇਦਾ ਅਰੈਸਟ ਪੈ ਕੇ ਪੁੱਛਗਿੱਛ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਦੇਣੀ ਚਾਹੀਦੀ, ਤਾਂ ਕਿ ਇਦਾਂ ਦੀਆਂ ਘਟਨਾਵਾਂ ਹੋਰ ਨਾ ਵਾਪਰਨ। ਪਰ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਜਾਣ ਕਰਕੇ ਇਹੋ ਜਿਹੀਆਂ ਘਟਨਾਵਾਂ ਰੋਜ਼ ਵਾਪਰ ਰਹੀਆਂ। ਗੋਲੀकांड ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਬੇਟੇ ਨੇ ਵੀ ਇਸ ਦੇ ਵਿੱਚ ਆਪਣਾ ਪੱਖ ਜ਼ਾਹਿਰ ਕੀਤਾ। 14 ਅਕਤੂਬਰ 2015 ਨੂੰ ਜਦੋਂ ਕੋਟਕਪੂਰੇ ਰੋਸਮਈ ਕਰ ਰਹੀਆਂ ਸੰਗਤਾਂ ਜਿਹੜੀਆਂ ਸ਼ਾਂਤਮਈ ਧਰਨਾ ਦੇ ਰਹੀਆਂ, ਉਸ ਤੋਂ ਬਾਅਦ ਇਹ ਪੂਰੇ ਪੰਜਾਬ ਦੇ ਵਿੱਚ ਥਾਂ ਜਿਹੜੇ ਰੋਸਮਈ ਧਰਨੇ ਸੰਗਤਾਂ ਵੱਲੋਂ ਲਗਾਏ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ। ਤੇ ਉਸੇ ਤਰ੍ਹਾਂ ਬਹਿਵਲ ਗੋਲੀकांड ਜਿਹੜਾ ਉਸ ਨਾਂ ਦੇ ਨਾਲ ਮਸ਼ਹੂਰ ਹੋਇਆ ਤੇ ਬਹਿਵਲ ਵਿਖੇ ਵੀ ਸੰਗਤਾਂ ਦਾ ਜਿਹੜਾ ਧਰਨਾ ਚੱਲ ਰਿਹਾ ਸੀ, ਜਿਹਦੇ ਵਿੱਚ ਮੇਰੇ ਪਿਤਾ ਜੀ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਧਰਨੇ ਦੇ ਵਿੱਚ ਪ੍ਰਸ਼ਾਦੇ ਪਾਣੀ ਲੈ ਕੇ ਆਏ ਸਨ, ਸੰਗਤਾਂ ਨੂੰ ਛਕਾ ਰਹੇ ਸਨ। ਤੇ ਜ਼ਾਲਮ ਸਰਕਾਰ ਵੱਲੋਂ ਉਸ ਸਮੇਂ ਦੀ ਉਸ ਸਰਕਾਰ ਤੇ ਪੁਲਿਸ ਵੱਲੋਂ ਉੱਥੇ ਗੋਲੀਆਂ ਚਲਾ ਕੇ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਅੱਜ 5ਵਾਂ ਜਿਹੜਾ ਸ਼ਹੀਦੀ ਸਮਾਗਮ ਬਾਬਲ ਕਲਾਂ ਟਿੱਬੀ ਸਾਹਿਬ ਵਿਖੇ ਜਿਹੜਾ ਮਨਾਇਆ ਜਾ ਰਿਹਾ। ਕੀ ਲੱਗਦਾ ਅੱਜ 5 ਸਾਲ ਪੂਰੇ ਹੋ ਗਏ ਆ ਤੇ ਅੱਜ ਵੀ ਇਨਸਾਫ ਮਿਲਿਆ ਕਿ ਨਹੀਂ ਮਿਲਿਆ? ਨਹੀਂ ਜੀ, ਇਨਸਾਫ ਅੱਜ ਤੱਕ ਵੀ ਨਹੀਂ ਮਿਲਿਆ ਤੇ ਨਾ ਇਹ ਸਰਕਾਰਾਂ ਦੇਣਾ ਚਾਹੁੰਦੀਆਂ। ਇਹ
ਐਸਆਈਟੀ ਦੇ ਵੱਲੋਂ ਇਸ ਮਾਮਲੇ ਦਾ ਜਿਹੜਾ ਮੰਨਿਆ ਜਾਂਦਾ ਸੀ ਕਿ ਜਿਸ ਪੁਲਿਸ ਅਧਿਕਾਰੀ ਦੀ ਵਜ੍ਹਾ ਦੇ ਨਾਲ ਸਾਰਾ ਬਵਾਲ ਪੈਦਾ ਹੋਇਆ ਜੀ ਉਸ ਜਿਹੜਾ ਹੈਗਾ ਉਹਦੇ ਵੱਲੋਂ ਸਰਕਾਰੀ ਗਵਾਹ ਬਣ ਗਿਆ ਹੈਗਾ, ਉਹਦੇ ਨਾਲ ਤੁਹਾਨੂੰ ਕੀ ਕਹਿਣਾ ਲੱਗਦਾ ਹੈ ਕਿ ਕਿਸ ਪ੍ਰਭਾਵਿਤ ਹੋਊਗਾ ਜਾਂ ਕਿਸੇ ਫੈਸਲੇ ਤੇ ਪਹੁੰਚੋ? ਬਿਲਕੁਲ ਇੰਸਪੈਕਟਰ ਪ੍ਰਦੀਪ ਦੇ ਗਵਾਹ ਬਣਨ ਨਾਲ ਜਿਹੜੇ ਹੋਰ ਵੀ ਆ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਉਣਗੇ, ਜਿਵੇਂ ਉਹਨਾਂ ਦੇ ਗਵਾਹ ਬਣਨ ਦੇ ਨਾਲ ਆਈਜੀ ਉਮਰਾ ਨੰਗਲ ਨੂੰ ਬਹਿਬਲ ਦੇ ਵਿੱਚ ਨਾਮਜ਼ਦ ਕਰਨਾ ਅਤੇ ਸੈਣੀ ਨੂੰ ਡੀਜੀਪੀ ਉਸ ਟਾਈਮ ਦੇ ਜਿਹੜੇ ਸੀਗੇ ਉਹਨਾਂ ਨੂੰ ਬਹਿਬਲ ਦੇ ਵਿੱਚ ਨਾਮਜ਼ਦ ਕਰਨਾ ਇੱਕ ਜਿਹੜੀ ਬਹੁਤ ਵੱਡੀ ਪ੍ਰਾਪਤੀ ਕਹਿ ਸਕਦੇ ਹਾਂ ਸਿੱਟ ਦੀ। ਪਰ ਇਸ ਦੇ ਨਾਲ ਜਿਹੜੇ ਹੋਰ ਰਾਜਨੀਤਿਕ ਚਿਹਰੇ ਆ ਉਹ ਵੀ ਨੰਗੇ ਹੋਣਗੇ, ਜਿਨ੍ਹਾਂ ਦੇ ਕਹਿਣ ਤੇ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਹੋਇਆ ਤਾਂ ਉਹਨਾਂ ਤੱਕ ਵੀ ਜਿਹੜਾ ਐਸਆਈਟੀ ਦਾ ਹੱਥ ਜਿਹੜਾ ਜਾ ਸਕਦਾ। ਉੱਥੇ ਇਹਨੇ ਦਿਨੀ ਚਰਚਾ ਦਾ ਵਿਸ਼ਾ ਬਣੇ ਹੋਏ ਐਕਟਰ ਦੀਪ ਸਿੱਧੂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ। ਦੇ ਜ਼ੁਲਮ ਤੇ ਜ਼ਬਰ ਤੋਂ ਜਦੋਂ ਸਾਡੇ ਸਾਹਮਣੇ ਇਹੋ ਜਿਹੇ ਵਰਤਾਰੇ ਆਉਂਦੇ ਆ, ਉਦੋਂ ਹੀ ਗੱਲ ਪ੍ਰਤੱਖ ਹੋ ਜਾਂਦੀ ਆ ਵੀ ਕਿੱਡੀ ਵੱਡੀ ਹਉਮੈ ਤੇ ਕਿੱਡੀ ਵੱਡੀ ਜਿੱਦ ਸਰਕਾਰਾਂ 'ਚ ਪਈ ਆ ਤੇ ਉਹ ਸ਼ਾਂਤਮਈ ਢੰਗ ਨਾਲ ਵੀ ਪ੍ਰੋਟੈਸਟ ਕਰ ਰਹੇ ਬੜੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਹੜੇ ਸਾਡੇ ਇਸ਼ਟ ਆ ਉਹਨਾਂ ਦੇ ਲਈ ਸ਼ਾਂਤਮਈ ਢੰਗ ਲਈ ਪ੍ਰੋਟੈਸਟ ਕਰ ਰਹੇ ਜਿਹੜੇ ਸਾਰੇ ਸਾਡੀ ਸੰਗਤ ਸੀ, ਉਹਨਾਂ ਨੇ ਡਾਂਗਾਂ ਵੀ ਭਰਾਈਆਂ, ਗੰਦਾ ਪਾਣੀ ਵੀ ਛਿੜਕਿਆ, ਗੋਲੀਆਂ ਵੀ ਚਲਾਈਆਂ। ਸੋ ਅਸੀਂ ਇੱਥੋਂ ਸਮਾਜ ਦਾ ਤਾਣਾ ਬਾਣਾ ਵੀ ਸਮਝ ਸਕਦੇ ਹਾਂ ਤੇ ਸਰਕਾਰ ਦੀ ਮਾਨਸਿਕਤਾ ਵੀ ਸਮਝ ਸਕਦੇ ਹਾਂ ਤੇ ਉਹੀ ਸਰਕਾਰ ਤੋਂ ਅੱਜ ਜੇ ਅਸੀਂ ਨਿਆਂ ਦੀ ਮੰਗ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਐਡੀ ਜਿਹੜੀ ਸਰਕਾਰ ਦੀ ਮਾਨਸਿਕਤਾ ਗਲਬਾ ਪਾਉਣ ਦੀ ਸਾਡੇ ਤੇ ਸਾਨੂੰ ਆਪਦੀ ਵਿਚਾਰਧਾਰਾ ਸਾਡੇ ਤੇ ਥੋਪਣ ਦੀ ਆ ਜਾਂ ਸਾਨੂੰ ਐਂ ਕਹਿ ਰਹੇ ਆ ਵੀ ਜਿਵੇਂ ਅਸੀਂ ਤੁਹਾਨੂੰ ਰੱਖਾਂਗੇ ਉਵੇਂ ਹੀ ਰਹੋ, ਜੋ ਕਹਾਂਗੇ ਉਹ ਖਾਓ, ਜੋ ਕਹਾਂਗੇ ਉਹ ਪਹਿਨੋ, ਜੋ ਸੋਚਣ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਉਵੇਂ ਹੀ ਸੋਚੋ। ਜੇ ਆਪਦੇ ਹੱਕਾਂ ਦੀ ਗੱਲ ਕੀਤੀ ਜਾਂ ਤੁਸੀਂ ਆਪਦੇ ਇਸ਼ਟ ਦੀ ਗੱਲ ਕੀਤੀ, ਆਪਦੇ ਫਲਸਫੇ ਦੀ ਗੱਲ ਕੀਤੀ, ਆਪਦੇ ਸੱਭਿਆਚਾਰ ਦੀ ਗੱਲ ਕੀਤੀ ਤਾਂ ਇਹ ਗੱਲ ਸੁਣੀ ਨਹੀਂ ਜਾਊਗੀ, ਇਹਦੇ ਤੇ ਤੁਹਾਡੇ ਤੇ ਜ਼ੁਲਮ ਤੇ ਜ਼ਬਰ ਹੋਊਗਾ। ਸਾਡੀ ਲੜਾਈ ਇਹ ਆ ਨਾ, ਹੋਰ ਤਾਂ ਕੋਈ ਲੜਾਈ। ਬੀਤੇ ਕੱਲ ਜਲੰਧਰ 'ਚ ਬੀਜੇਪੀ ਵਾਲਿਆਂ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਕਾਰਨ ਜਲੰਧਰ 'ਚ ਧਰਨਾ ਲਗਾਇਆ ਹੋਇਆ ਸੀ। ਬੀਜੇਪੀ ਦੇ ਇਸ ਧਰਨੇ 'ਚ ਮਿੰਟੀ ਕੌਰ ਨਾਂ ਦੀ ਲੜਕੀ ਨੇ ਆ ਕੇ ਜ਼ਬਰਦਸਤ ਹੰਗਾਮਾ ਕਰ ਦਿੱਤਾ। ਲੜਕੀ ਨੇ ਬੀਜੇਪੀ ਲੀਡਰਾਂ ਤੇ ਗੰਭੀਰ ਦੋਸ਼ ਲਗਾਏ। ਉਸ ਸਮੇਂ ਪੁਲਿਸ ਲੜਕੀ ਨੂੰ ਗੱਡੀ 'ਚ ਬਿਠਾ ਕੇ ਲੈ ਗਈ ਸੀ, ਪਰ ਬਾਅਦ ਦੇ ਵਿੱਚ ਲੜਕੀ ਨੇ ਆ ਕੇ ਮੀਡੀਆ ਨਾਲ ਗੱਲਬਾਤ ਕਰ ਬੀਜੇਪੀ ਤੇ ਖੂਬ ਸ਼ਬਦੀ ਚਪੇੜਾਂ ਮਾਰੀਆਂ। बीजेपी धरने च जबरदस्त हंगामा कर रही है लड़की मिंटी कौर है, जिसने पहला भी कई धरनिਆਂ ਚ बीजेपी ਦੇ ਵੱਟ ਕੱਢੇ ਨੇ ਅਤੇ ਉਸ ਨੂੰ ਅਗਵਾ ਕਰ ਬਲਾਤਕਾਰ ਕਰਨ ਦੇ ਦੋਸ਼ ਲਗਾਏ। ਇਹ ਹਰ ਬਾਰ ਚੀਕ ਕੇ बीजेपी ਅਤੇ ਪੁਲਿਸ ਤੇ ਗੰਭੀਰ ਦੋਸ਼ ਲਗਾਉਂਦੀ ਹੈ। इस बार भी कुछ अजिहा ही होया। जी हाँ, बीजेपी वालियां ने सूबा प्रधान अश्विनी शर्मा ते होए हमले कारण जलंधर च धरना लगाया होया सी, पर मिंटी कौर ने उत्थे आके हंगामा कर दिता। एक बार फिर देखो कि मिंटी ने चीक के बीजेपी अते पुलिस ते दोष लगाए। यार माई भाजी पीछे गुंडा करती तो ऐसी गुंडा करती केंद्रीय मंत्री विजय साहब ने घर तो करवाया सी नारी के तंज रखया सी नारी के तंज मैं जेल भेजा गया मैं रेप पीटता की कारण सीगा अरे मैं गल कर सरकार जो लेके जा रही है पुलिस की कारण की उस समय तो पुलिस उसनों गड्डी च बिठा के लै गई, आवाज बंद कर दी, पर फिर वापस आके मिंटी ने मीडिया सामने अपना गुस्सा जाहिर किया ਅਤੇ बीजेपी ਲੀਡਰਾਂ ਤੇ ਕਈ ਵੱਡੇ ਇਲਜ਼ਾਮ ਲਗਾਏ, ਨਾਲ ਹੀ ਲਾਂਤਾਂ ਵੀ ਪਾਈਆਂ। ਮੈਂ ਤੇ ਜੀ ਉੱਥੇ ਭਾਜਪਾ ਵਾਲੇ ਕਹਿੰਦੇ ਨੇ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਸਾਰਾ ਕੁਝ ਕਰ ਰਹੀ ਆ ਤੇ ਉਹ ਕਾਂਗਰਸ ਸਰਕਾਰ ਤੇ ਦੱਸਦੇ ਆ। ਮੈਂ ਵੀ ਇਹ ਭਾਜਪਾ ਵਾਲਿਆਂ ਨੂੰ ਪੁੱਛਣ ਵੀ ਗਈ ਸੀ ਤੇ ਔਰ ਕੁਝ ਚੀਜ਼ਾਂ ਦਿਖਾਣ ਵੀ ਗਈ ਸੀਗੀ ਵੀ ਕਾਂਗਰਸ ਸਰਕਾਰ ਦੇ ਹੁੰਦਿਆਂ ਤੁਹਾਡੀ ਭਾਜਪਾ ਨੇ ਮੈਨੂੰ ਅਗਵਾ ਕਰਕੇ ਰੱਖਿਆ।
ਇਹਨਾਂ ਦੇ ਕਹਿਣ ਤੇ ਪੁਲਿਸ ਨੇ ਰੱਖਿਆ। ਇਹ ਸਾਰਾ ਕੁਝ ਮੇਰੇ ਨਾਲ ਹੁਣ ਤੱਕ ਕੀਤਾ। ਜੇ ਮੇਰੇ ਨਾਲ ਇੰਨਾ ਕੁਝ ਉਹ ਕਰਦੇ ਰਹੇ ਆ ਤੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਾਂਗਰਸ ਜਿਹੜੀ ਆ ਉਹ ਧੱਕਾ ਕਰ ਰਹੀ ਆ, ਉਹ ਅਟੈਕ ਕਰਵਾ ਰਹੀ ਆ, ਜੋ ਕਿ ਮੈਨੂੰ ਮਾਰਨ ਦੀ ਪਲੈਨਿੰਗ ਪਹਿਲੇ ਦਿਨ ਤੋਂ ਇਹਨਾਂ ਨੇ ਕੀਤੀ। ਪਹਿਲਾਂ ਉਦੋਂ ਮੇਰੇ ਨਾਲ ਜਾਨਲੇਵਾ ਹੋਵੇ ਤੇ ਹਮਲਾ ਕੀਤਾ, ਜੇ ਮੈਂ ਬਚ ਗਈ ਤੇ ਮੈਨੂੰ ਇਹਨਾਂ ਨੇ ਅਗਵਾ ਕਰਕੇ ਨਾਰੀ ਨਿਕੇਤਨ ਦੇ ਵਿੱਚ ਰੱਖਿਆ ਗਿਆ, ਜੋ ਰਿਕਾਰਡ ਦੇ ਵਿੱਚ ਸਾਰਾ ਕੁਝ ਆਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਸ਼ਾਇਦ ਕੁਝ ਮਾਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ। ਹਾਂਜੀ, ਰੋਬਿਨ ਸਾਂਪਲਾ ਜਿਹੜਾ ਆ, ਪਹਿਲਾਂ ਵੀ ਇਹਨਾਂ ਦੀ ਇੱਕ ਰਿਕਾਰਡਿੰਗ ਆਈ ਸੀ, ਮੈਨੂੰ 7 ਦਿਨ ਦਾ ਟਾਈਮ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਚ ਰੋਬਿਨ ਸਾਂਪਲਾ ਨੇ ਮੈਨੂੰ ਮਾਰਨ ਦੀ ਪਲੈਨਿੰਗ, ਉਹਦੀ ਵਾਈਫ ਕਹਿ ਰਹੀ ਹੈ ਇੱਕ ਲੇਡੀ ਨੂੰ ਗੱਲ, ਉਹ ਮੇਰੇ ਤੱਕ ਪਹੁੰਚੇ, ਮੈਨੂੰ ਉਹਨਾਂ ਨੇ ਦੱਸਿਆ ਵੀ, ਔਰ ਸੀਪੀ ਸਰ ਕੋ ਪੂਰਾ ਰਿਕਾਰਡ ਆ, ਉਹਦੇ ਵਿੱਚ ਸਾਰੇ ਆਫੀਸਰਾਂ ਦੇ ਨਾਮ ਲਏ ਜਾਂਦੇ, ਜਿਹੜੀਆਂ ਕੰਪਲੇਂਟ ਵੀ ਆ, ਉਹ ਸਾਰਾ ਕੁਝ ਵਾਕਈ ਹੈਗਾ ਆ, ਉਹ ਕੋਈ ਫੇਕ ਰਿਕਾਰਡਿੰਗ ਨਹੀਂ ਆ। ਉਹ ਉੱਥੇ ਜਾ ਕੇ ਭਾਜਪਾ ਤੇ ਸਰਕਾਰ ਆਪ ਧੀਆਂ ਨੂੰ ਮਰਵਾ ਰਹੀ ਆ, ਤੇ ਉਹ ਕਿੱਦਾਂ ਕਹਿ ਸਕਦੇ ਅੱਜ ਉਹਨਾਂ ਦੇ ਪ੍ਰਧਾਨ ਤੇ ਕੋਈ ਅਟੈਕ ਆਪ ਉਹਨੇ ਕਰਵਾਇਆ ਜਾਂ ਸਿਕਿਉਰਿਟੀ ਲੈਣ ਲਈ ਜਾਂ ਕੀ ਕੀਤਾ ਸਾਨੂੰ ਨਹੀਂ ਪਤਾ। ਉਹਦੇ ਤੇ ਉਹ ਇੰਨਾ ਕੁਝ ਕਰ ਰਹੇ ਨੇ ਤੇ ਧੀਆਂ ਨੂੰ ਮਰਵਾਉਣ ਦੇ ਲਈ ਉਹ ਇੰਨਾ ਕੁਝ ਕਰਨ ਲੱਗ ਪੈਂਦੇ ਨੇ। ਤੇ ਕੀ ਜੀ ਭਾਜਪਾ ਪ੍ਰਧਾਨ ਦੇ ਇੱਕ ਅਟੈਕ ਤੇ ਸਾਰੇ ਪੰਜਾਬ ਦੇ ਵਿੱਚ ਇਹ ਤਾਂ ਧਰਨੇ ਲਾਉਣ ਲੱਗ ਪਏ ਆ। ਸਾਡਾ ਕਿਤੇ ਕੋਈ ਸੇਫ ਸਾਈਡ ਨਹੀਂ ਆ, ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ। ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਕਿ ਹੁਣ ਇੱਕ ਨੀਸ਼ਾ ਵਾਲਾ ਮਾਮਲਾ ਸਾਹਮਣੇ ਆਇਆ, ਜੇ ਪੰਜਾਬ ਦੀ ਗੱਲ ਕਰੀਏ ਕੁਝ ਟਾਈਮ ਪਹਿਲਾਂ ਤੁਹਾਡੇ ਨਾਲ ਵੀ ਕੁਝ ਐਸਾ ਜਿਹਾ ਹੀ ਹੋਇਆ ਸੀ, ਕਿ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਮੈਂ ਜਿੰਦੀ ਜਾਗਦੀ ਇੱਕ ਗਵਾਹ ਆ ਇਸ ਚੀਜ਼ ਦੀ ਕਿ ਮੇਰੇ ਪਰਿਵਾਰ ਨਾਲ ਵੀ ਇਹ ਕੀ ਕਰਦੇ ਰਹੇ ਸੀ। ਵਿਦਆਊਟ ਰਿਕਾਰਡ ਪੁਲਿਸ ਜਾਂਦੀ ਸੀ, ਉਹਨਾਂ ਨੂੰ ਕਹਿੰਦੀ ਸੀ ਕੁੜੀ ਦੇ ਖਿਲਾਫ ਕੁਝ ਲਿਖ ਕੇ ਦੇ ਦਿਓ। ਮੈਨੂੰ ਕਿੰਨਾ ਕੁ ਟੌਰਚਰ, ਜੇ ਮੈਨੂੰ ਅਗਵਾ ਕਰਕੇ ਰੱਖਦੇ ਸੀ ਤੇ ਇਹਨਾਂ ਚੀਜ਼ਾਂ ਲਈ ਰੱਖਦੇ ਸੀ ਨਾ, ਮੈਨੂੰ ਮਾਰਨ ਦੀਆਂ ਕੋਸ਼ਿਸ਼ ਕੀਤੀਆਂ। ਇਹ ਉਸ ਪਰਿਵਾਰ ਨਾਲ ਕੀ ਨਹੀਂ ਕਰ ਸਕਦੇ। ਭਾਜਪਾ ਸਰਕਾਰ ਨੇ ਤਾਂ ਵਾਕਈ ਉਸ ਬੱਚੀ ਨੂੰ ਰਾਤੋਂ ਰਾਤ ਜਲਾ ਦਿੱਤਾ ਗਿਆ, ਉਹਦੀ ਤਾਂ ਹੱਤਿਆ ਕੀਤੀ ਗਈ ਆ। ਇਹ ਤਾਂ ਬੰਦੇ ਨੂੰ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨੂੰ ਮਾਰਨ ਦੇ ਲਈ ਇਹ ਕੁਝ ਤੇ ਹੱਦ ਤੱਕ ਵੀ ਚੱਲ ਜਾਂਦੇ ਜੇ ਉਹ ਚੁੱਪ ਨਹੀਂ ਹੁੰਦਾ ਤਾਂ। ਪਰ ਮੇਰੇ ਨਾਲ ਤਾਂ ਹੁੰਦਾ ਆਇਆ ਹੁਣ ਤੱਕ। ਤੇ ਅੱਜ ਤੁਹਾਨੂੰ ਪੁਲਿਸ ਲੈ ਕੇ ਆਈ ਹੈ, ਹੁਣ ਪੁਲਿਸ ਨੇ ਕੋਈ ਮਾਮਲਾ ਦਰਜ ਕੀਤਾ ਕਿ ਤੁਹਾਨੂੰ ਘਰ ਜਾਣ ਲੈ ਕੇ ਆ ਗਿਆ? ਨਹੀਂ, ਮਾਮਲਾ ਤਾਂ ਮੈਨੂੰ ਪਤਾ ਨਹੀਂ ਜੀ, ਦੱਸ ਨਹੀਂ ਰਹੇ। ਮੈਂ ਤਾਂ ਪੁੱਛ ਰਹੀ ਹਾਂ ਕਿ ਮੇਰੇ ਤੇ ਕੋਈ DDR ਪਾਈ ਜਾਂ ਕੀ ਹੈ ਨਾ। ਤੇ ਮੈਂ ਇਹਨਾਂ ਨੂੰ 2 ਕੁਐਸਚਨ ਵੀ ਕੀਤੇ ਨੇ, ਔਰ ਮੈਂ ਸੀਪੀ ਸਰ ਨੂੰ ਵੀ ਮੈਂ ਕੱਲ ਵੀ ਪ੍ਰੋਟੈਸਟ ਤੇ ਸੀਗੀ, ਮੈਨੂੰ ਨਹੀਂ ਚੱਕਿਆ ਗਿਆ। ਕੱਲ ਵੀ ਪ੍ਰੋਟੈਸਟ ਤੇ ਸੀ, ਕੱਲ ਤਾਂ ਉੱਥੇ ਮੁਰਦਾਬਾਦ ਵੀ ਅਸੀਂ ਕਹਿੰਦੇ ਰਹੇ, ਭਾਜਪਾ ਸਰਕਾਰ ਨੂੰ ਵੀ ਕਹਿੰਦੇ ਰਹੇ, ਪੰਜਾਬ ਪ੍ਰਧਾਨ ਨੂੰ। ਅੱਜ ਤੇ ਸਾਫ਼-ਸਾਫ਼ ਦਿਸਦਾ ਪਿਆ ਵੀ ਮੈਂ ਤਾਂ ਕਿਤੇ ਜਾ ਕੇ ਕੋਈ ਮੁਰਦਾਬਾਦ ਦਾ ਨਾਰਾ ਵੀ ਨਹੀਂ ਲਾਇਆ, ਨਾ ਮੈਂ ਉਹਨਾਂ ਦਾ ਕੋਈ ਪ੍ਰੋਗਰਾਮ ਖਰਾਬ ਕੀਤਾ। ਮੈਂ ਤਾਂ ਉਹ ਚੀਜ਼ਾਂ ਉੱਤੇ ਦੱਸਣ ਦਿਖਾਉਣ ਗਈ ਸੀ, ਨਾਲੇ ਰਿਕਾਰਡਿੰਗ ਵੀ ਤੁਹਾਡੀ ਸਰਕਾਰ ਤਾਂ ਆਪ ਧੀਆਂ ਮਰਵਾਉਂਦੀ ਆ। ਅੰਮ੍ਰਿਤਸਰ 'ਚ ਇੱਕ ਪਤੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਦੂਸਰੀ ਪਤਨੀ ਦੇ ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਉਸ ਨੂੰ ਘਰ ਵਿੱਚ ਬੰਧਕ ਬਣਾਇਆ ਹੋਇਆ ਸੀ, ਜਿਸ ਨੂੰ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਦੇ ਸ਼ਿਕੰਜੇ ਤੋਂ ਛੁਡਵਾਇਆ। ਦੇਖੋ ਪੂਰੀ ਖਬਰ। ਕਿੰਨੇ ਬੰਨਿਆ ਤਾਂ? ਮੁਸ਼ਕਲ ਨਾਲ ਮੇਰੇ ਹਸਬੰਡ ਨੇ ਮੈਨੂੰ ਬੰਨਿਆ ਹੋਇਆ, ਉਹਨੇ ਮੈਨੂੰ ਧਮਕੀ ਲਾਈ ਆ ਕਿ ਮੈਂ ਨਾ ਤੈਨੂੰ ਐਸਿਡ ਪਾ ਕੇ ਵਾਲ ਵੂਲ ਕੱਟ ਦੇਣੇ ਤੇਰੇ। ਵੱਡੀਆਂ ਵਾਹਾਂ ਵੱਡਿਆ ਗੱਲ, ਇਹ ਦਰਦਨਾਕ ਤਸਵੀਰਾਂ ਤੁਸੀਂ ਦੇਖੀਆਂ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਇੱਕ ਪਤੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਦੂਸਰੀ ਪਤਨੀ ਦੇ ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਘਰ ਦੇ ਵਿੱਚ ਹੀ ਬੰਧਕ ਬਣਾਇਆ ਹੋਇਆ ਸੀ। ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੀੜਤ ਨੂੰ ਉਸ ਦੇ ਸ਼ਿਕੰਜੇ ਤੋਂ ਛੁਡਵਾਇਆ। ਪੀੜਤ ਔਰਤ ਤੋਂ ਹੀ ਜਾਣਦੇ ਹਾਂ ਉਸ ਦੀ ਹੱਡਬੀਤੀ। ਕਿੰਨੇ ਬੰਨਿਆ ਤਾਂ? ਮੁਸ਼ਕਲ ਨਾਲ ਮੇਰੇ ਹਸਬੰਡ ਨੇ ਮੈਨੂੰ ਬੰਨਿਆ ਹੋਇਆ ਵਾ। ਮੇਰੇ ਵਿਆਹ ਨੂੰ 6 ਸਾਲ ਹੋ ਗਏ ਹੋਏ ਆ ਤੇ ਇਹਨਾਂ ਨੇ ਮੇਰੇ ਨਾਲ ਧੋਖੇ ਨਾਲ ਵਿਆਹ ਕਰਾਇਆ। ਸਾਡੀ ਹੈਗੀ ਲਵ ਮੈਰਿਜ ਆ, ਠੀਕ ਆ। ਮੇਰੀ ਮੰਮੀ ਹੁਣ ਨਹੀਂ ਪਤਾ ਸੀ, ਮੇਰੀ ਮੰਮੀ ਹੱਥ ਭੱਜ ਕੇ ਮੈਂ ਚੋਰੀ ਵਿਆਹ ਕਰਾਇਆ। ਅੱਜ ਤੱਕ ਮੈਨੂੰ ਨਹੀਂ ਵਾੜਦੇ ਹੈਗੇ। ਹਾਂ ਚਲੋ ਹੁਣ ਥੋੜੀ ਜਿਹੀ ਮੇਰੇ ਜੋ ਮੈਂ ਘਰੋਂ ਉੱਥੋਂ ਨਿਕਲੀ ਆ ਤੇ ਮੈਨੂੰ ਮੰਮੀ ਹੋਰੀ ਬੁਲਾਉਣ ਲੱਗ ਗਏ ਤੇ ਇਹਨਾਂ ਨੇ ਮੈਨੂੰ ਕਮਰਾ ਵੀ ਲੈ ਕੇ ਦਿੱਤਾ। 9 ਮਹੀਨੇ ਹੋ ਗਏ ਮੈਨੂੰ ਅੱਡ ਰਹਿੰਦੀ ਨੂੰ। ਇਹਨਾਂ ਨੇ ਥਾਣੇ ਵਿੱਚ ਮੇਰੇ ਨਾਲ ਲਿਖ ਪੜਤ ਕੀਤੀ ਸੀ, ਮੈਂ ਇਹਨਾਂ ਕੋਈ ਮਾਰ ਕੁਟਾਈ ਕੀਤੀ, ਮੈਂ ਘਰੋਂ ਚੱਲ ਗਈ ਸੀ ਤੇ ਇਹਨਾਂ ਕਹਿੰਦੇ ਚਲ ਠੀਕ ਕੁੜੀ ਤੂੰ ਲੈ ਜਾ ਤੇ ਜਿੱਥੇ ਮਰਜ਼ੀ ਦਾ, ਮੈਨੂੰ ਕੋਈ ਲੈਣ ਦੇਣ ਨਹੀਂ ਗਾ। ਤੇ 9 ਮਹੀਨੇ ਹੋ ਗਏ ਮੈਂ ਕੁੜੀ ਆਪਣੀ ਅੱਡ ਰੱਖਣੀ ਆ ਤੇ ਇਹਨੂੰ 9 ਮਹੀਨੇ ਬਾਅਦ ਮੈਨੂੰ 1 ਹਫ਼ਤਾ ਹੋ ਗਿਆ ਮੈਨੂੰ ਸੱਦਿਆ ਸੀ ਬਹਾਨੇ ਨਾਲ ਕਿ ਕੁੜੀ ਮੈਨੂੰ ਦੇ ਦੇ, ਮੈਂ ਕੁੜੀ ਬਿਨਾਂ ਨਹੀਂ ਰਹਿ ਸਕਦਾ, ਮੈਂ ਕੁੜੀ ਰੱਖਣੀ ਹੈ, ਤੂੰ ਕਿੱਥੇ ਰੱਖੇਂਗੀ ਕੁੜੀ? ਤੋਂ ਮੈਨੂੰ ਸੈਂਡ ਕਰ। ਮੈਂ ਕਿਹਾ ਠੀਕ ਆ। ਤੇ ਇਹਨਾਂ ਨੇ ਵਕੀਲ ਨੂੰ ਸੱਦਿਆ ਸੀ ਤੇ ਕਹਿੰਦੇ ਵਕੀਲ ਨੂੰ ਸੱਦਿਆ ਵਾ ਤੇ ਇਹਨਾਂ ਨੇ ਮੈਨੂੰ ਧੋਖੇ ਨਾਲ ਘਰ ਬੁਲਾ ਕੇ ਤੇ ਇਹਨਾਂ ਨੇ ਮੇਰਾ ਸਾਰਾ ਕੁਝ ਖੋਹ ਲਿਆ, ਜੋ ਮੇਰੇ ਕੋਲ ਪੈਸੇ ਸਾਰਾ ਕੁਝ ਖੋਇਆ ਵਾ।
ਤੇ ਅੱਗੋਂ ਕਹਿੰਦੇ ਪਏ ਤੂੰ ਮੈਨੂੰ ਮਾਰ ਕੁਟਾਈ ਉਸ ਦਿਨ ਦੀ ਬਹੁਤ ਕੀਤੀ ਆ। ਤੇ ਇੱਕ ਹਫ਼ਤਾ ਹੋ ਗਿਆ ਮੈਂ ਆਪਣੇ ਘਰੋਂ ਫੇਰ ਚਲ ਗਈ ਸੀ, ਇਹਨਾਂ ਨੇ ਮੈਨੂੰ ਫਿਰ ਮਾਰ ਕੁਟਾਈ ਕੀਤਾ। ਮੈਂ ਹਫ਼ਤਾ ਹੋ ਗਿਆ ਦਰਬਾਰ ਸਾਹਿਬ ਰਹੀ ਆ ਤੇ ਉੱਥੇ ਜਾ ਕੇ ਮੈਂ ਹਾਲੇ ਨਵਾਂ ਕੰਮ ਸ਼ੁਰੂ ਕੀਤਾ ਹਲੇ ਕੱਲ੍ਹ ਦਾ। ਤੇ ਉੱਥੋਂ ਮੈਨੂੰ 3 ਜਣੇ ਨੇ, 2 ਮਾਮੇ ਦੇ ਮੁੰਡੇ ਤੇ ਇੱਕ ਆਪ ਮੇਰੇ ਹਸਬੈਂਡ, ਇਹ ਮੈਨੂੰ ਦੋਨੋਂ ਨੇ ਉੱਥੋਂ ਜ਼ਬਰਦਸਤੀ ਲੈ ਕੇ ਆਏ ਰਿਕਸ਼ੇ ਪਾ ਕੇ ਤੇ ਆ ਕੇ ਮੈਨੂੰ ਇਹ ਫਿਰ ਸੰਗਲਾ ਨਾਲ ਬੰਨਿਆ ਹੋਇਆ। ਤੁਹਾਡੇ ਘਰ ਵਾਲੇ ਦਾ ਕਹਿਣਾ ਕਿ ਤੁਹਾਨੂੰ ਵਸਾਉਣਾ ਚਾਹੁੰਦਾ ਹੈ। ਸਰ ਨਹੀਂ ਵਸਾਉਣਾ ਚਾਹੁੰਦਾ ਉਹ, ਮੈਂ ਸਿਰਫ ਇੱਕੋ ਹੀ ਸਾਜ਼ਿਸ਼ ਆ। ਉਹਨੇ ਮੈਨੂੰ ਧਮਕੀ ਲਾਈ ਆ ਕਿ ਮੈਂ ਨਾ ਤੈਨੂੰ ਐਸਿਡ ਪਾ ਕੇ ਵਾਲ ਕੱਟ ਦੇਣੇ ਤੇਰੇ ਤੇ ਸਾਰੇ ਇੱਦਾਂ ਦਾ ਹੈਗਾ ਆ ਇਹ। ਤੇ ਕਿਸ ਤਰ੍ਹਾਂ ਟੌਰਚਰ, ਤੁਹਾਨੂੰ ਕਿਸ ਤਰੀਕੇ ਟੌਰਚਰ ਕਰਦਾ? ਕਿਸ ਤਰੀਕੇ ਮੈਨੂੰ ਮਾਰ ਕੁਟਾਈ ਬੜੀ, ਜਿਹੜੀ ਦੂਜੀ ਵਾਈਫ ਰੱਖੀ ਆ ਇਹਨੇ ਉਹਦੇ ਨਾਲ ਰਹਿੰਦਾ ਹੈਗਾ ਵਾ, ਉਹਨੇ ਰਹਿੰਦਾ ਤੇ ਉਹਨੂੰ ਕਿਹਾ ਮੈਂ ਕਿੰਨੀ ਵਾਰ ਕਿ ਮੈਂ ਤੇਰੇ ਨਾਲ ਮੈਂ ਰਹਿ ਲਾਂਗੀ, ਤੂੰ ਉਹਨੂੰ ਛੱਡ ਦੇ। ਤੇ ਪਰ ਉਹਨੂੰ ਨਹੀਂ ਛੱਡਦਾ, ਕਹਿੰਦਾ ਮੈਂ ਉਹਨੂੰ ਨਹੀਂ ਛੱਡ ਸਕਦਾ, ਕਹਿੰਦਾ ਜੋ ਤੂੰ ਚਾਹਨੀ ਉਹ ਨਹੀਂ ਹੋਣਾ ਹੈਗਾ। ਬਸ ਉਹ ਮੈਨੂੰ ਉਹਨੂੰ ਨਹੀਂ ਛੱਡਦਾ ਪਿਆ ਤੇ ਮੈਂ ਕਹਿੰਦੀ ਜਾਂ ਤਾਂ ਉਹਨੂੰ ਛੱਡ ਦੇ ਜਾਂ ਮੈਨੂੰ ਛੱਡ ਦੇ। ਮੈਨੂੰ ਇਹ ਛੱਡਦਾ ਹੈਗਾ ਕਿ ਮੈਂ ਤੈਨੂੰ ਛੱਡ ਦਾਂਗਾ, ਡਿਵੋਰਸ ਦੇ ਦਾਂਗਾ, ਪਰ ਹਲੇ ਵੀ ਟੌਰਚਰ ਕਰਨਾ ਹਟਦਾ ਨਹੀਂਗਾ, ਮਾਰਦਾ ਕੁੱਟਦਾ ਬਹੁਤ ਹੈਗਾ। ਉਹਦੇ ਨਾਲ ਕਿੱਦਾਂ ਦੀ ਇਹਦੀ ਅੰਡਰਸਟੈਂਡਿੰਗ ਹੈ ਦੂਜੀ ਘਰ ਵਾਲੀ ਨਾਲ? ਮੈਂ ਕਿ ਉਹੀ ਸੇਮ ਹੈ ਜਿਵੇਂ ਹਸਬੈਂਡ ਵਾਈਫ ਵਾਲੀ ਹੁੰਦੀ ਹੈ। ਉਹਦੇ ਨਾਲ ਵੀ ਮਾਰ ਕੁਟਾਈ ਕਰਦਾ ਕਿ ਨਹੀਂ? ਨਹੀਂ ਉਹਨਾਂ ਨਹੀਂ, ਉਹਨੂੰ ਪੂਰਾ ਖਰਚਾ ਦਿੰਦਾ ਵਾ, ਪਰ ਮੈਨੂੰ ਪੈਸੇ ਨਾ ਪੈਦਾ ਕੋਈ ਵੀ ਨਹੀਂ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਬਸ ਭਾਜੀ ਮੈਂ ਡਿਵੋਰਸ ਚਾਹੁੰਦੀ ਹਾਂ ਨਾ, ਤਾਂ ਮੈਨੂੰ ਡਿਵੋਰਸ ਦੇ ਦੇਣ ਬਸ। ਮੈਂ ਇਹਨਾਂ ਤੋਂ ਨਹੀਂ ਰਹਿ ਸਕਦੀ, ਇਹਨਾਂ ਨਾਲ ਮੈਨੂੰ ਚੱਲ ਵਿੱਚ ਮੈਨੂੰ ਨਾਲ ਜ਼ੁਲਮ ਹੁੰਦਾ, ਮੈਂ ਨਹੀਂ ਰਹਿ ਸਕਦੀ, ਪਲੀਜ਼ ਮੇਰੇ ਨਾਲ। ਇਹ ਪਤਾ ਲੱਗਿਆ ਸੀ ਉਹ ਲੜਕੇ ਦੀ ਪਹਿਲਾਂ ਵੀ ਮੈਰਿਜ ਹੋਈ ਸੀ ਕਿਹਨਾਂ ਦੀ? ਤੁਹਾਡੇ ਘਰ ਵਾਲੇ ਦੀ? ਹਾਂਜੀ ਇਹਨਾਂ ਦੀ ਹੋਈ ਸੀ। ਇਹਨਾਂ ਨੇ ਮੈਨੂੰ ਧੋਖੇ ਨਾਲ ਵਿਆਹ ਕਰਵਾਇਆ ਵਾ ਤੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ। ਇਹਨਾਂ ਨੇ ਮੇਰੇ ਤੋਂ ਖਾਲੀ ਪੇਪਰਾਂ ਦੇ ਸਾਈਨ ਲਿੱਤੇ ਸੀ, ਕਹਿੰਦੇ ਇੱਥੇ ਖਾਲੀ ਮੋਹਰਾਂ ਵਗੈਰਾ ਲੱਗਣੀਆਂ ਹੈਗੀਆਂ ਵਾ ਤੇ ਇੱਥੇ ਸਾਈਨ ਚਾਹੀਦੇ। ਮੈਂ ਸਾਈਨ ਲੈ ਕਰਕੇ ਦੇ ਤੇ ਇਹਨਾਂ ਨੇ ਪਤਾ ਨਹੀਂ ਕੀ ਕੁਝ ਟਾਈਪ ਕਰਾਇਆ, ਕਹਿੰਦੇ ਇਹ ਸਾਰਾ ਕੁਝ ਅਸਲੀ ਕਾਗਜ਼ ਤੇ ਉਹ ਜਿਹੜੇ ਕਾਗਜ਼ ਆ ਮੈਂ ਜਿੱਦ ਕੋ ਪੁੱਛਿਆ ਕਹਿੰਦੇ ਉਹ ਨਕਲੀ ਹੈਗੀ ਆ। ਕਹਿੰਦੇ ਸਰਟੀਫਿਕੇਟ ਵੀ ਜਿਹੜੇ ਹੁੰਦੇ ਕਹਿੰਦੇ ਫੋਟੋ ਲੱਗੀਆਂ ਹੁੰਦੀਆਂ ਉੱਤੇ ਕੁਝ, ਪਰ ਐਸਾ ਕੁਝ ਵੀ ਨਹੀਂ ਆ, ਕੋਰਾ ਕਾਗਜ਼ ਹੈਗਾ ਬਸ, ਹੋਰ ਕੁਝ ਵੀ ਨਹੀਂ। ਤੁਹਾਡੇ ਮਾਪਿਓ ਨੇ ਤੁਹਾਡਾ ਸਾਥ ਦੇ ਰਿਹਾ ਇਸ ਗੱਲ ਨਹੀਂ, ਕੁਝ ਵੀ ਕੋਈ ਵੀ ਸਾਥ ਨਹੀਂ ਦੇ ਰਿਹਾ ਮੇਰਾ ਇਸ ਟਾਈਮ। ਮੈਂ ਇਕੱਲੀ ਹੈਗੀ ਆ। ਤੁਸੀਂ ਇਹ ਕਿਹੜੇ ਬਲੇਡ ਮਾਰੇ ਸੀ? ਕਿੰਨੇ ਮਾਰੇ ਆ? ਇਹ ਮੇਰੇ ਹਸਬੈਂਡ ਨੇ ਮਾਰੇ ਆ। ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਕਦੀ ਥਾਪੀਆਂ ਨਾਲ ਮਾਰਦਾ, ਕਦੀ ਕਿਸੇ ਨਾਲ। ਰਾਤੀ ਵੀ ਮੈਨੂੰ ਬੈਲਟਾਂ ਨਾਲ ਕੁੱਟਦਾ ਪਿਆ ਸੀ। ਤੁਹਾਡੀ ਲਵ ਮੈਰਿਜ ਸੀ? ਹਾਂਜੀ ਲਵ ਮੈਰਿਜ ਹੈਗੀ ਸੀ। ਕੀ ਕੰਮ ਕੀ ਕਰਦਾ ਉਹ? ਕੰਮ ਦੇ ਮੋਟਰਸਾਈਕਲਾਂ ਦਾ ਕੰਮ ਹੈਗਾ। ਤੁਸੀਂ ਹੁਣ ਕੀ ਸਰਕਾਰ ਕੋਲ ਕੀ ਮੰਗ ਕਰਦੇ ਹੋ? ਮੈਂ ਸਰਕਾਰ ਕੋਲ ਹੀ ਮੰਗ ਕਰਦੀ ਹਾਂ, ਗੁੜੀਆ ਕਹਿੰਦਾ ਤੂੰ ਰੱਖ ਲੈ ਤੇ ਜਾਂ ਤੇ ਖਰਚਾ ਬੰਨੇ, ਜੇ ਨਹੀਂ ਤਾਂ ਕੁੜੀ ਆਪਣੇ ਕੋਲ ਰੱਖ ਲੈ ਤੇ ਮੈਨੂੰ ਮੇਰਾ ਖਰਚਾ ਛੱਡ ਦੇ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਬੰਦਕ ਮਹਿਲਾ ਨੂੰ ਛੁਡਵਾਇਆ ਅਤੇ ਪਤੀ ਖਿਲਾਫ ਮਾਮਲਾ ਦਰਜ ਕਰ ਰਹੇ ਨੇ। ਲੜਕੀ ਦੇ ਹਸਬੈਂਡ ਦੇ ਨਾਲ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ, ਤਾਂ ਉਹ ਉਹਨੂੰ ਘਰੇ ਬੰਦਕ ਬਣਾ ਕੇ ਚਲਾ ਗਿਆ ਸੀਗਾ। ਨਾਲ ਉਹਨੂੰ ਬੰਦਕ ਤੋਂ ਉਹਦੇ ਸੰਗਲ ਵਗੈਰਾ ਖਲਵਾ ਦਿੱਤੇ ਨੇ। ਹੁਣ ਉਹਦੇ ਖਿਲਾਫ ਮੈਂ ਕੇਸ ਰਜਿਸਟਰ ਕਰਨ ਲੱਗਾ, ਉਹਦੀ ਸਟੇਟਮੈਂਟ ਲੈ ਰਹੇ ਹਾਂ। ਸਟੇਟਮੈਂਟ ਲੈ ਕੇ ਕੇਸ ਰਜਿਸਟਰ ਕਰੂੰਗਾ ਉਹਨਾਂ ਦੇ ਖਿਲਾਫ। ਸਰ ਲੜਕੀ ਦੀ ਉਮਰ ਛੋਟੀ ਦੱਸੀ ਜਾ ਰਹੀ ਹੈ ਤੇ ਘਰ ਵਾਲੇ ਦੇ 2 ਵਿਆਹ ਦੱਸੇ ਜਾ ਰਹੇ ਆ, ਇੱਕੋ ਘਰ ਦੇ ਵਿੱਚ ਤੇ ਕਿਰਾਏ ਦੇ ਰੱਖੀਆਂ ਹੋਈਆਂ ਸੀ ਦੋਨੇ ਵਾਈਫ। ਹਾਂ, ਉਹਨਾਂ ਦਾ ਡਿਵੋਰਸ ਹੋਇਆ ਸੀਗਾ, ਉਹਨੇ ਦੂਸਰਾ ਵਿਆਹ ਕਰਾਇਆ ਹੋਇਆ। ਤੇ ਸਰ ਤਲਾਕ ਕਰਾ ਕੇ ਵੀ ਆਪਣੇ ਘਰ ਦੇ ਵਿੱਚ ਦੋਨੇ ਵਾਈਫ ਇਕੱਠੀਆਂ ਰੱਖਣਾ ਕੀ ਲਊਗਾ? ਉਹ ਮੈਂ ਇਨਵੈਸਟੀਗੇਸ਼ਨ ਕਰ ਲਾਂਗਾ ਕਿ ਕੀ ਮੈਟਰ ਹੈਗਾ। ਮੈਂ ਕੇਸ ਰਜਿਸਟਰ ਕਰਾਂਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮਿਲਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।